ਪੰਜਾਬੀ ਏਕਤਾ ਨਾਲ ਲੈ ਕੇ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਤੱਕ ਦੀ ਵੱਡੀ ਖਬਰ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਿਤ ਨਵੇਂ ਵੱਡੇ ਫੈਸਲੇ ਲਏ ਜਾ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਹੁਣ ਔਰਤਾਂ ਨੂੰ 1000 ਰੁਪਏ ਦੇਣ ਦੀ ਅਗਲੀ ਗਰੰਟੀ ਪੂਰੀ ਕੀਤੀ ਜਾਵੇਗੀ। ਸੀਐਮ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ ਜਾਵੇਗਾ। ਜਿਵੇਂ ਹੀ ਸਰਕਾਰ ਕੋਲ ਸਾਧਨ ਹੋਣਗੇ, ਸਭ ਤੋਂ ਪਹਿਲਾਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਕੰਮ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੀਐਮ ਮਾਨ ਵੱਲੋਂ ਰਸੂਖਦਾਰਾਂ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ। ਉਹਨਾਂ ਨੇ ਕਿਹਾ ਕਿ ਵੱਡੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਭ੍ਰਿਸ਼ਟ ਨੇਤਾ ਵੀ ਬਚ ਨਹੀਂ ਸਕਣਗੇ, ਉਹਨਾਂ ਵਿਰੁੱਧ ਕਾਰਵਾਈ ਕਰਨੀ ਪਵੇਗੀ। ਸੀਐਮ ਮਾਨ ਨੇ ਕਿਹਾ ਕਿ ਉਹ ਵੀ ਜੇਲ੍ਹ ਵੱਲ ਆਉਣਗੇ। ਵੱਡੀਆਂ ਪਾਰਟੀਆਂ ਵਿੱਚ ਸ਼ਾਮਿਲ ਹੋਣ ਨਾਲ ਉਹ ਬਖਸ਼ੇ ਨਹੀਂ ਜਾਣਗੇ। ਇਸ ਦਾ ਐਕਸ਼ਨ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਆਪਣੀ ਹੀ ਸਰਕਾਰ ਤੇ ਇਲਜ਼ਾਮ ਲਗਾਇਆ ਹੈ। ਉਹਨਾਂ ਨੇ ਅੰਮ੍ਰਿਤਸਰ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ VVIP ਟ੍ਰੀਟਮੈਂਟ ਦੇਣ ਦੀ ਗੱਲ ਕਹੀ ਹੈ। ਉਹਨਾਂ ਨੇ ਕਿਹਾ ਕਿ ਗੈਂਗਸਟਰ ਬਿਸ਼ਨੋਈ ਲਈ ਪੁਲਿਸ VVIP ਡਿਊਟੀ ਤੇ ਲੱਗੀ ਹੋਈ ਹੈ। ਬਿਸ਼ਨੋਈ ਦੇ 8 ਦਿਨਾਂ ਰਿਮਾਂਡ ਕਾਰਨ ਸ਼ਹਿਰ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਾਨੂੰ ਇਸ ਮਾਮਲੇ ਨੂੰ ਜ਼ਿਆਦਾ ਗਲੈਮਰਾਈਜ਼ ਨਹੀਂ ਕਰਨਾ ਚਾਹੀਦਾ। ਇਸ ਨਾਲ ਗੈਂਗਸਟਰ ਕਲਚਰ ਨੂੰ ਹੁਲਾਰਾ ਮਿਲਦਾ ਹੈ। ਗੈਂਗਸਟਰ ਨਾਲ ਗੈਂਗਸਟਰ ਵਾਲਾ ਸਲੂਕ ਹੋਣਾ ਚਾਹੀਦਾ ਹੈ, ਨਾ ਕਿ VVIP ਵਾਲਾ। ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਪੁਲਿਸ ਨੂੰ ਹਦਾਇਤਾਂ ਜਾਰੀ ਕਰ ਤੁਰੰਤ ਇਸ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਕਤਲकांड ਵਿੱਚ ਪੰਜਾਬ ਪੁਲਿਸ ਨੇ ਗੈਂਗਸਟਰ ਅਤੇ ਲਾਰੈਂਸ ਬਿਸ਼ਨੋਈ ਦੇ ਸਾਥੀ ਜੱਗੂ ਭਗਵਾਨਪੁਰੀਆ ਦੇ ਰਿਮਾਂਡ ਹਾਸਿਲ ਕੀਤਾ ਹੈ। ਸੂਤਰਾਂ ਮੁਤਾਬਿਕ ਮੂਸੇਵਾਲੇ ਨੂੰ ਕਤਲ ਕਰਨ ਵਾਲਿਆਂ ਵਿੱਚੋਂ 2 ਸ਼ਾਰਪਸ਼ੂਟਰ ਜੱਗੂ ਭਗਵਾਨਪੁਰੀਆ ਨੇ ਉਪਲਬਧ ਕਰਵਾਏ ਸਨ। ਜੱਗੂ ਵੀ ਲਾਰੈਂਸ ਵਾਲੇ ਸਿੰਡੀਕੇਟ ਦਾ ਹੀ ਮੈਂਬਰ ਹੈ। ਇਸ ਦਾ ਖੁਲਾਸਾ ਹੋਣ ਤੋਂ ਬਾਅਦ ਪੰਜਾਬ ਪੁਲਿਸ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ ਅਤੇ ਜੱਗੂ ਭਗਵਾਨਪੁਰੀਆ ਦਾ ਪ੍ਰੋਡਕਸ਼ਨ ਵਾਰੰਟ ਹਾਸਿਲ ਕੀਤਾ, ਜਿਸ ਤੋਂ ਬਾਅਦ ਅਦਾਲਤ ਦੇ ਹੁਕਮਾਂ ਤੇ ਜੱਗੂ ਭਗਵਾਨਪੁਰੀਆ ਨੂੰ ਤਿਹਾੜ ਜੇਲ੍ਹ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜੱਗੂ ਨੂੰ ਅੱਜ ਮਾਨਸਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੰਜਾਬ ਵਿਧਾਨ ਸਭਾ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਪੰਜਾਬ ਤੋਂ ਦਿੱਲੀ ਏਅਰਪੋਰਟ ਲਈ ਬੱਸਾਂ ਸ਼ੁਰੂ ਕੀਤੀਆਂ ਹਨ। ਇਸ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਪਹਿਲਾਂ ਉਹਨਾਂ ਦੀ ਆਪਣੀ ਦਿੱਲੀ ਸਰਕਾਰ ਨੇ ਬੱਸਾਂ ਨਹੀਂ ਚੱਲਣ ਦਿੱਤੀਆਂ, ਜਿਸ ਕਾਰਨ ਪੰਜਾਬ ਨੂੰ 25 ਕਰੋੜ ਦਾ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪੰਜਾਬੀ ਨੂੰ ਮਹਿੰਗਾ ਕਿਰਾਇਆ ਦੇਣ ਕਾਰਨ 75 ਤੋਂ 80 ਕਰੋੜ ਦਾ ਨੁਕਸਾਨ ਹੋਇਆ ਹੈ। ਸਾਬਕਾ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਤੇ 13 ਚਿੱਠੀਆਂ ਲਿਖੀਆਂ ਗਈਆਂ ਸਨ। ਏਅਰਪੋਰਟ ਅਥਾਰਟੀ ਨੂੰ ਪੱਤਰ ਵੀ ਲਿਖਿਆ ਗਿਆ ਸੀ। ਕੇਂਦਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧਿਆ ਨੇ ਕਿਹਾ ਕਿ ਜੇਕਰ ਦਿੱਲੀ ਸਰਕਾਰ ਚਾਹੇ ਤਾਂ ਬੱਸਾਂ ਚਲਾਈਆਂ ਜਾ ਸਕਦੀਆਂ ਹਨ। ਉਹਨਾਂ ਨੇ ਕਿਹਾ ਕਿ ਮੰਤਰੀ ਸੁਪਰੀਮ ਕੋਰਟ ਦੇ ਹੁਕਮਾਂ ਜਾਂ ਹੋਰ ਪਾਬੰਦੀਆਂ ਦਾ ਰਿਕਾਰਡ ਦੇ ਸਕਦੇ ਹਨ, ਜਿਸ ਦੀ ਉਹ ਗੱਲ ਕਰ ਰਹੇ ਹਨ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਨਾ ਤਾਂ ਦਿੱਲੀ ਸਰਕਾਰ ਤੋਂ ਪਰਮਿਟ ਲਏ ਸਨ, ਰੂਟ ਐਕਸਟੈਂਸ਼ਨ ਲਈ ਕੋਈ ਮਨਜ਼ੂਰੀ ਨਹੀਂ ਲਈ ਗਈ ਸੀ। ਉਹਨਾਂ ਨੇ ਉਲਟਾ ਸਵਾਲ ਕੀਤਾ ਕਿ ਉਹ ਪ੍ਰਾਈਵੇਟ ਬੱਸਾਂ ਕਿੱਥੇ ਹਨ, ਜਿਨ੍ਹਾਂ ਨੂੰ ਰਾਜਾ ਵੜਿੰਗ ਨੇ ਪੱਕੇ ਤੌਰ ਤੇ ਬੰਦ ਕਰਨ ਲਈ ਕਿਹਾ ਸੀ। ਜਾਂ ਕਿ ਉਹ ਉਸ ਚੀਜ਼ ਨੂੰ ਛੱਡ ਕੇ ਭੱਜ ਗਏ ਨੇ ਜੀ, ਉਹ ਲੱਭ ਨਹੀਂ ਰਹੇ, ਪਤਾ ਨਹੀਂ ਕਿੱਥੇ ਬਹਿ ਗਏ ਨੇ। ਉਹ ਅਸਲ 'ਚ ਗੱਲ ਇਹ ਸੀ ਵੀ ਲੇਟ ਸੀਗੀ ਤੇ ਮੈਂ ਵਾਪਸ ਆਉਂਦੇ ਹੋਏ, ਹੁਣ ਜੇ ਤੁਸੀਂ ਇਹ ਦੇਖ ਲਓ ਵੀ ਮੈਂ 8 ਘੰਟੇ ਦਾ ਸਵੇਰ ਤੋਂ ਸ਼ਾਮ ਤੱਕ ਬਹਿਨੇ ਆ ਤੇ ਬੈਠਾ ਬੰਦਾ ਗਰਦਨ ਇੱਧਰ ਤੇ ਇੱਧਰ ਕਰ ਲੈਂਦਾ ਤੇ ਬੰਦੇ ਦੀਆਂ ਅੱਖਾਂ ਖੜੀਆਂ ਤੇ ਰਹਿੰਦੀਆਂ, ਉਹ ਝਪਕਦਾ ਵੀ। ਇਹ ਸਕਰੀਨਸ਼ਾਟ ਲੈ ਕੇ ਇਹ ਵੀ ਪਾ ਦੇਣਾ। ਵਿਰੋਧੀ ਇਹ ਬਹੁਤ ਵਾਇਰਲ ਕਰ ਰਹੇ ਕਹਿੰਦੇ ਕਿ ਅਨਮੋਲ ਗਗਨਮਾਨ ਸੌ ਗਏ ਸੀ। ਮੈਂ ਕਹਿੰਦੀ ਆ ਵੀ ਵਿਰੋਧਤਾ ਕਰਨੀ ਕਰੋ, ਜੀ ਸੱਦ ਕੇ ਕਰੋ, ਵਿਰੋਧਤਾ ਤੁਹਾਡਾ ਕੰਮ ਹੈ। ਪਰ ਜਿਹੜੇ ਵਿਰੋਧੀਆਂ ਦੇ ਸੋਸ਼ਲ ਮੀਡੀਆ ਵਾਲੇ ਸੈੱਲ ਨੇ ਨਾ, ਇੱਕ ਮਿਆਰ ਹੁੰਦਾ ਕਮੈਂਟ ਕਰਨ ਦਾ ਵੀ। ਇੱਕ ਇਹ ਪਵਿੱਤਰ ਬਾਬੇ ਨਾਨਕ ਦੀ ਧਰਤੀ ਹੈ, ਥੋੜਾ ਇਹ ਵੀ ਦੇਖਿਆ ਕਰੋ ਵੀ ਮੂਰੇ ਜੱਗ ਜਣਨੀ ਹੈ, ਇੱਕ ਔਰਤ ਆ, ਸਭ ਦੇ ਘਰੇ ਧੀਆਂ ਨੇ, ਮਾਵਾਂ ਨੇ। ਥੋੜਾ ਜਿਹਾ ਮਿਆਰ ਰੱਖਿਆ ਕਰੋ ਮੇਰੇ ਵੀਰੋ। ਕੋਈ ਗੱਲ ਨਹੀਂ, ਵਿਰੋਧਤਾ ਕਰੋ, ਮੇਰੀ ਕੋਈ ਪੋਲੀਟੀਕਲ ਸਟੇਟਮੈਂਟ ਗਲਤ ਆ, ਜੀ ਸੱਦ ਕੇ ਬੋਲੋ। ਤੇ ਪਰ ਇਸ ਗੱਲ ਨੂੰ ਲੈ ਕੇ ਜੇ ਗਲਤੀ ਨਾਲ ਬੈਠਿਆਂ ਨੂੰ ਕੋਈ ਲਗਾਤਾਰ ਫੋਨ ਆ ਰਿਹਾ, ਕਿਸੇ ਹਲਕੇ ਦੇ ਵਰਕਰ ਦਾ ਆ ਗਿਆ, ਮੈਂ ਚੱਕ ਕੇ ਇਹ ਕਹਿ ਦਿੱਤਾ ਕਿ ਵੀ ਭਾਈ ਮੈਂ ਵਿਧਾਨ ਸਭਾ 'ਚ ਬੈਠੀ ਹਾਂ 1 ਸਕਿੰਟ ਲਈ, ਉਹ ਕੱਟ ਲਿਆ ਵੀ ਮੈਨੂੰ ਇਸ ਤਰੀਕੇ ਦੇ ਤੁਸੀਂ ਮੈਨੂੰ ਉੱਠਣ ਬੈਠਣ ਤੇ ਸਾਹ ਲੈਣ ਹੀ ਨਹੀਂ ਦਓਗੇ, ਹਨਾ। ਬਜਟ ਬਾਰੇ ਕਿਵੇਂ ਅਸਲ 'ਚ ਬਨਮਿਆਂ ਵਾਲੀ ਜੀ, ਜਿੰਨਾ ਅਸੀਂ ਵਿਰੋਧੀ ਧਿਰ ਨੂੰ ਮੌਕਾ ਦਿੰਦੇ ਆ ਨਾ, ਤੇ ਵਿਰੋਧੀ ਧਿਰ ਨੂੰ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਇਹ 2 ਪਾਰਟੀਆਂ ਨੇ ਕਿਸੇ ਵਿਰੋਧੀ ਧਿਰ ਨੂੰ ਮੌਕਾ ਨਹੀਂ ਦਿੱਤਾ। ਅਸੀਂ ਤੇ ਹੁਣ ਇਹ ਵੀ ਪਲਾਨ ਕਰ ਰਹੇ ਹਾਂ ਵੀ ਜਿੰਨਾ ਵਿਰੋਧੀ ਧਿਰ ਬੋਲਦੇ ਇੱਕ ਪਰਮਾਨੈਂਟ ਕੈਮਰੇ ਫਿਕਸ ਕਰਕੇ ਉਹਨਾਂ ਤੇ ਲਵਾਏ ਜਾਣ। ਰਾਜਾ ਵੜਿੰਗ ਕਹਿੰਦੇ ਕਿ ਮੇਰੀ ਛੋਟੀ ਭੈਣ ਨੂੰ ਤਾਂ ਐਵੇਂ ਨਹੀਂ ਪਤਾ ਹੁੰਦਾ ਕਿ ਫਸਲ ਵੱਢਣੀ ਕਦੋਂ ਅੱਛਾ ਇਹ ਗੱਲ ਦੇਖੋ ਵਾਇਰਲ ਕੀਤੀ। ਮੈਨੂੰ ਇਹ ਦੱਸੋ ਵੀ ਜਿਹੜਾ ਸੰਗਰੂਰ ਹੈ, ਉਹਨੇ ਮੱਕੀ ਤੇ ਮੂੰਗੀ ਬੀਜੀ ਸੀ, ਉਹ ਕੱਟੀ ਜਾ ਰਹੀ ਆ, ਕੱਟੀ ਵੀ ਜਾ ਰਹੀ ਹੈ ਫਸਲ। ਮੇਰਾ ਮੱਕੀ ਤੇ ਮੂੰਗੀ ਨਾਲ ਸੰਬੰਧ ਸੀ, ਝੋਨਾ ਲੱਗ ਰਿਹਾ, ਮੱਕੀ ਮੂੰਗੀ ਕੱਟ ਰਹੇ ਆ, ਕਿਉਂਕਿ ਜਿਹੜਾ ਸੰਗਰੂਰ ਆ ਹਰ ਇੱਕ ਬੰਦੇ ਨੇ ਕਿੱਲਾ 2 ਕਿੱਲੇ ਫਸਲ ਵੀ ਬੀਜੀ ਆ, ਹਰ ਚੀਜ਼ ਦਾ। ਮੈਂ ਕਿਹਾ ਜੀ ਮਤਲਬ ਮੇਰੇ ਤੋਂ ਬਿਨਾਂ ਮੈਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਕੋਈ ਮੁੱਦਾ ਕੰਟਰੋਵਰਸੀ, ਹਰ ਇੱਕ ਚੀਜ਼ ਤੇ ਕੰਟਰੋਵਰਸੀ ਕੋਈ ਗੱਲ ਹੁੰਦੀ ਆ। ਉਸ ਚੀਜ਼ ਉੱਤੇ ਵੀ ਉਸ ਦਿਨ ਮੈਂ ਲੇਟ ਸੀ, ਉਸ ਚੀਜ਼ ਉੱਤੇ ਵੀ ਇਦਾਂ ਨਾ ਕਰਿਆ ਕਰੋ। ਕੋਈ ਚੀਜ਼ ਜਿਹੜੀ ਬੋਲਣ ਵਾਲੀ ਹੋਈ ਹੈ, ਜੀ ਸੱਦ ਕੇ ਸਿਰ ਮੱਥੇ ਆ, ਮੇਰੇ ਤੋਂ ਕੋਈ ਗਲਤੀ ਹੁੰਦੀ ਹੈ ਮੈਨੂੰ ਦੱਸੋ, ਮੈਂ ਕਬੂਲੂੰਗੀ। ਪਰ ਇਦਾਂ ਹੀ ਅੱਖ ਝਪਕ
ਝੁੱਕ ਲਈ ਉਹਦਾ ਸਕਰੀਨਸ਼ਾਟ, ਗਰਦਨ ਇੱਧਰ ਮੋੜ ਲਈ ਉਹਦਾ ਸਕਰੀਨਸ਼ਾਟ। ਯਾਰ ਤੁਸੀਂ ਮੈਨੂੰ ਉੱਠਣ ਬੈਠਣ ਨਹੀਂ ਦੇਣਾ ਇਸ ਹਿਸਾਬ ਨਾਲ। ਅਨਮੋਲ ਜੀ ਇੱਕ ਤੁਸੀਂ ਅਨਮੋਲ ਜੀ ਗੱਲ ਮਹਿਲਾਵਾਂ ਦੇ ਕੁਛ ਕਰਾਂਗੇ ਜੀ, ਹੌਸਲਾ ਰੱਖੋ। ਇਮਾਨਦਾਰ ਸਰਕਾਰ ਹੈ, ਅਸੀਂ ਕਿਹੜਾ ਲੋਕਾਂ ਦੇ ਪੈਸੇ ਖਾਣ ਵਾਲੀ ਸਰਕਾਰ ਆ। ਲੋਕਾਂ ਦਾ ਟੈਕਸ ਦਾ ਪੈਸਾ ਲੋਕਾਂ ਤੇ ਲਾਉਣਾ, ਪਾਈ ਜੋ ਖਜ਼ਾਨੇ 'ਚ ਪਈ ਆ ਸਾਡੇ ਪੰਜਾਬ ਦੇ ਲੋਕਾਂ ਦਾ। ਅਸੀਂ ਇਸ ਬਾਬੇ ਨਾਨਕ ਦੀ ਧਰਤੀ ਦੀ ਮਹੱਤਤਾ ਸਮਝਦੇ ਹਾਂ। ਅਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਣਾ, ਨਾ ਕਿ ਪਿੱਛੇ ਵੱਲ। ਅੱਜ ਕਿਉਂਕਿ ਚੀਫ ਮਿਨਿਸਟਰ ਨੇ ਤੇ ਪਹਿਲੇ 3 ਮਹੀਨਿਆਂ 'ਚ ਨੇ ਅਜੇ ਜਿਹੜਾ ਪਾਵਰ ਦਾ ਨਸ਼ਾ ਉਹ ਅਜੇ ਉਤਰਿਆ ਨਹੀਂ। ਪਾਵਰ ਦਾ ਨਸ਼ਾ ਅਜੇ ਉਤਰਿਆ ਨਹੀਂ। ਅਜੇ ਭਾਵੇਂ 3 ਮਹੀਨੇ ਅਜੇ ਹੁਣੇ ਹੀ ਇਹਨਾਂ ਦਾ ਮਾਂਜਾ ਲੈ ਕੇ ਹਟਿਆ ਸੰਗਰੂਰ। ਅਜੇ ਇਹਨਾਂ ਦਾ ਚੰਗੀ ਤਰ੍ਹਾਂ ਝਾੜੂ ਖਿਲਾਰ ਕੇ ਹਟੇ ਨੇ, ਉਹਦੇ ਵਾਲੇ ਕਿਰਪਾਨ ਵਾਲੇ ਇਹਨਾਂ ਦਾ ਝਾੜੂ ਖਿਲਾਰ ਕੇ ਹਟੇ ਨੇ। ਅਜੇ ਵੀ ਇਹਨਾਂ ਨੂੰ ਥੋੜਾ ਜਿਹਾ ਵਕਤ ਹੋਰ ਲੱਗੇਗਾ ਕਿਉਂਕਿ ਤਾਕਤ ਦਾ ਨਸ਼ਾ ਜਿਹੜਾ ਇਹਨੂੰ ਉਤਰਨ ਨੂੰ ਟਾਈਮ ਲੱਗਦਾ। ਭਾਈ ਸਾਹਿਬ ਤੁਸੀਂ ਚਿੱਠੀ ਲਿਖੀ ਹੈ ਮੁੱਖ ਮੰਤਰੀ ਨੂੰ, ਤੁਸੀਂ ਇੱਕ ਚਿੱਠੀ ਲਿਖੀ ਹੈ। ਹਾਂਜੀ ਹਰਪਾਲ ਚੀਮਾ ਨਾਲ ਤੁਹਾਡੀ ਸਿੱਧੀ ਬਹਿਸ ਹੋਈ, ਹਾਲਾਂਕਿ ਜਦੋਂ ਬਜਟ ਵੇਖੋ ਮੈਂ ਤੇ ਸੁਜੈਸਟ ਕੀਤਾ ਸੀ ਕਿ ਚੀਮਾ ਸਾਹਿਬ ਇੱਕ ਜਗ੍ਹਾ ਤੇ ਤੁਸੀਂ 500 ਕਰੋੜ ਰੁਪਈਆ ਖਰਚਾ ਜਿੱਥੇ ਲੋਕਾਂ ਨੇ ਮੰਗੀ ਨਹੀਂ ਸੀ ਕੀਤੀ, ਉਹ ਪੈਸਿਆਂ ਦਾ ਬੈਟਰ ਇਸਤੇਮਾਲ ਕਰ ਲਓ। ਤੁਸੀਂ ਉਹ 500 ਕਰੋੜ ਰੁਪਈਆ ਜੇਲ੍ਹਾਂ ਦੀ ਬੈਟਰਮੈਂਟ ਵਾਸਤੇ, ਕਿਉਂਕਿ ਅੱਜ ਸਾਰਿਆਂ ਨੂੰ ਵੱਡਾ ਵੇਖੋ ਤੁਸੀਂ ਇੱਕ ਹੋਰ ਪਾਸੇ ਨੂੰ ਉਹ ਗੱਲ ਹੈਗੀ ਜਿਹੜੀ ਅਸਲ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਗੈਂਗਸਟਰ ਜੇਲ੍ਹਾਂ ਵਿੱਚ ਬੈਠੇ ਉਹਨਾਂ ਦੇ ਡਰ ਦੇ ਨਾਲ ਹਰ ਆਦਮੀ ਨੂੰ ਅੱਜ ਫਰੌਤੀਆਂ ਦੀਆਂ ਟੈਲੀਫੋਨ ਆ ਰਹੇ ਨੇ, ਚਿੱਠੀਆਂ ਆ ਰਹੀਆਂ ਨੇ, ਜਾਨੋਂ ਮਾਰਨ ਦੀਆਂ ਧਮਕੀਆਂ ਆ ਰਹੀਆਂ ਨੇ। ਮੈਂ ਇਹਨਾਂ ਕਿਹਾ ਸੀ ਇਹਨਾਂ ਨੂੰ ਬੈਟਰ ਇੱਥੇ ਜਿਹੜਾ ਐਡਮਿਨਿਸਟ੍ਰੇਸ਼ਨ ਦਾ ਸਿਸਟਮ ਹੈ ਜੇਲ੍ਹ ਦਾ ਉਹਨੂੰ ਬੈਟਰ ਕੀਤਾ ਜਾਏ। ਇੱਥੇ ਟਾਵਰਸ ਲੱਗਣ ਦੀ ਲੋੜ ਹੈ, ਇੱਥੇ ਜ਼ਿਆਦਾ ਜੇਲ੍ਹ ਦੀ ਭਰਤੀ ਕਰਨ ਦੀ ਲੋੜ ਹੈ, ਉੱਥੇ ਮੋਬਾਈਲ ਟਾਵਰ ਜਿਹੜੇ ਨੇ 5G ਚਾਹੀਦੇ ਨੇ। ਸੋ ਬਹੁਤ ਕੁਝ ਉੱਥੇ ਕਰਨ ਦੀ ਲੋੜ ਹੈ। ਉਹ ਮੈਂ ਕਿਹਾ ਜੀ ਕੋਈ VIP ਟ੍ਰੀਟਮੈਂਟ ਵੀ, ਫਿਰ ਕਈਆਂ ਨੂੰ VIP ਟ੍ਰੀਟਮੈਂਟ ਵੀ ਦੇਣਾ ਪੈਂਦਾ ਹੈ। ਜੇ ਦਿੱਤਾ ਹੈ ਤਾਂ ਪਤਾ ਲੱਗ ਜਾਏ, ਦੱਸੇ। ਪਰ ਐਵੇਂ ਇਲਜ਼ਾਮਤ ਲਾਉਣ ਪਿੱਛੇ ਇਲਜ਼ਾਮਤ ਨਾ ਲਾਏ ਜਾਣ, ਉਹਦਾ ਪ੍ਰੂਫ ਦਿੱਤਾ ਜਾਵੇ। ਕੋਈ ਫੋਟੋਆਂ ਦਿਖਾਈਆਂ ਜਾਣ, ਹੁਣ ਕੋਈ ਚੀਜ਼ ਦੱਸੀ ਜਾਵੇ। ਉਹਨਾਂ ਨੇ ਸਾਨੂੰ ਤਾਂ ਪਤਾ ਲੱਗਿਆ ਇਹ ਕਿਹਾ ਕਿ ਉਹਨਾਂ ਦੀ ਧਰਮ ਪਤਨੀ ਨਾਲ ਰਹਿੰਦੀ ਸੀ। ਹੁਣ ਜੇਲ੍ਹ 'ਚ ਧਰਮ ਪਤਨੀ ਅੰਦਰ ਜਾਂਦੀ ਹੋਊਗੀ, ਉੱਥੇ ਕੈਮਰਾਜ਼ ਲੱਗੇ, ਕੋਈ ਫੋਟੋਗ੍ਰਾਫੀ ਹੋਊਗੀ, ਐਵੇਂ ਕੋਈ ਕਹੀ ਜਾਵੇ ਤਾਂ ਫਿਰ ਉਹ ਗੱਲ ਬਣਦੀ ਨਹੀਂ। ਮੈਂ ਹਮੇਸ਼ਾ ਹੀ ਸੌਫਟ ਹੁੰਦਾ, ਮੈਂ ਸੌਫਟ ਹੋ ਗਿਆ। ਇਹਦਾ ਕਹਿੰਦੇ ਹੌਲੀ ਕਿਤੇ ਛੁਰਲੀ ਜਿਹੀ ਛੱਡ ਦਿੰਦੇ ਆ। ਮੈਨੂੰ ਲੱਗਦਾ ਕਿ ਉਮਰ ਐਸੀ ਆ ਗਈ ਹੈ, ਉਮਰ ਐਸੀ ਆ ਗਈ ਹੈ। ਐਸੀ ਕੈਸੀ ਆ ਗਈ ਉਮਰ ਦੱਸੋ? ਕਿਉਂਕਿ ਜਦੋਂ ਅਸੀਂ ਨੌਜਵਾਨ ਸੀ ਸਭ ਤੋਂ ਨਹੀਂ ਇੱਕ ਦਿਨ 'ਚ ਨਹੀਂ, ਜਦੋਂ ਸਭ ਤੋਂ ਵੜਿੰਗ ਸਾਹਿਬ ਦਾ ਬਿਆਨ ਤੁਹਾਡਾ ਯਕੀਨ ਨਹੀਂ ਕਰਨਾ ਕਹਿਣਗੇ ਵੜਿੰਗ ਸਾਹਿਬ। ਸਭ ਤੋਂ ਛੋਟੀ ਉਮਰ ਦਾ ਮੈਂ ਆਇਆ ਸੀ, ਉਦੋਂ ਬੜਾ ਉੱਡ ਕੇ ਪਈਦਾ ਸੀ। ਹੁਣ ਸਭ ਤੋਂ ਛੋਟੀ ਉਮਰ ਦੇ ਹੋਰ ਮੁੰਡੇ ਬਥੇਰੇ ਆ ਗਏ, ਤੀਜੀ ਟਰਮ ਹੋ ਗਈ ਹੈ। ਔਰ ਮੇਰਾ ਖਿਆਲ ਸਮੇਂ ਦੇ ਨਾਲ ਤਲਖੀਆਂ ਜਿਹੜੀਆਂ ਘਟਾ ਦੇਣੀਆਂ ਚਾਹੀਦੀਆਂ। ਔਰ ਇਹੀ ਮੇਰਾ ਸਾਰਿਆਂ ਨੂੰ ਰਾਏ ਹੈ, ਕਿਉਂਕਿ ਗਰਮਜੋਸ਼ੀ ਨਾਲ ਬਹੁਤਾ ਕਈ ਵਾਰੀ ਕੁਝ ਸਵਾਰੇ ਨਹੀਂ। ਤੁਹਾਡਾ ਬਿਆਨ ਹੁਣ ਸਾਰਿਆਂ ਨੇ ਸੁਣਿਆ, ਇਹ ਨਾ ਹੋਵੇ ਅੰਦਰ ਜਾ ਕੇ ਕਿਤੇ ਬਿਆਨ ਬਦਲ ਦੇ, ਅੰਦਰ ਤਲਕ ਹੋਏ ਨਜ਼ਰ ਆ ਜਾਓ। ਬੰਦੇ ਦੀ ਟੈਂਡੈਂਸੀ ਹੈ, ਹਿਊਮਨ ਟੈਂਡੈਂਸੀ, ਜਦੋਂ ਉਹਨੂੰ ਕੋਈ ਪਿੰਚ ਕਰਦਾ ਹੈ। ਕੱਲ ਬੜੇ ਲੋਕਾਂ ਨੇ ਬੜੀਆਂ ਗੱਲਾਂ ਕੀਤੀਆਂ, ਮੈਂ ਆਰਾਮ ਨਾਲ ਸੁਣੀਆਂ, ਹੱਥ ਵੀ ਜੋੜੇ। ਕਈਆਂ ਨੇ ਆਪਦੀ ਮਰਜ਼ੀ ਨਾਲ ਹੀ ਕੁਝ ਵੀ ਕਹਿ ਦਿੱਤਾ ਗਿਆ। ਸੋ ਫਿਰ ਉਹਨਾਂ ਹਰ ਚੀਜ਼ ਦਾ ਉੱਠ ਕੇ ਹੁਣ ਗਗਨ ਕੋਈ ਛੋਟੀ ਕੁੜੀ ਹੈ, ਪਹਿਲੀ ਵਾਰੀ ਆਈ ਹੈ, ਕਈਆਂ ਨੂੰ ਉਹ ਵਿਚਾਰੀ ਹਰ ਰੋਜ਼ ਹੀ ਕੋਈ ਨਵਾਂ ਬਿਆਨ ਦਿੰਦੀ ਹੈ। ਸੋ ਕਦੀ ਕਹਿੰਦੀ ਫਸਲ ਵੱਢਣ ਵਾਲੀ, ਕਿਸੇ ਦੇ ਰਾਜਧਾਨੀ ਹੈ। ਹੁਣ ਮੈਂ ਬੀਬੀ ਹੈ, ਆਪਣੀ ਸਭਿਅਤਾ ਹੈ, ਕੁੜੀਆਂ ਨਾਲ ਹੁਣ ਮੈਂ ਤੁਹਾਡੇ ਨਾਲ ਜਦਾਈ ਕਰਦਾ ਚੰਗਾ ਥੋੜੀ ਲੱਗਦਾ। ਇਹੋ ਜਿਹੇ ਕਈ ਸਮਾਂ ਨਹੀਂ ਮਿਲ ਪਾ ਰਿਹਾ ਵਿਰੋਧੀਆਂ ਨੂੰ। ਤਿਆਰੀ ਤਾਂ ਹਮੇਸ਼ਾ ਹੀ, ਹੁਣ 15 ਸਾਲ ਹੋ ਗਏ ਤਿਆਰੀ ਕਰਦੇ। ਕੱਲ ਕੋਈ ਇੱਕ ਸ਼ੇਅਰ ਦੀ ਗੱਲ ਕਰੀ ਕਿ ਸਾਡੇ ਫਾਈਨਾਂਸ ਮਿਨਿਸਟਰ ਆਓ ਡੇਲੀ ਪੋਸਟ ਆ ਜਾਓ ਤੁਸੀਂ ਕਿਹਾ ਸੀ ਸਾਡੇ ਫਾਈਨਾਂਸ ਮਿਨਿਸਟਰ ਨੇ ਸ਼ੇਅਰ ਪੜਿਆ ਸੀਗਾ ਔਰ ਚੀਮਾ ਸਾਹਿਬ ਨੇ ਵੀ ਪੜਤਾ। ਮੈਂ ਤਾਂ ਇਹ ਕਿਹਾ ਕਿ ਸ਼ੇਅਰਾਂ ਸ਼ੇਅਰਾਂ ਦਾ ਸਮਾਨ ਮਤਲਬ ਕਿ ਕੋਈ ਗੱਲ ਬਣਦੀ ਨਹੀਂ ਹੈ। ਲੋਕਾਂ ਨੂੰ ਰਿਐਲਿਟੀ 'ਚ ਲੈ ਕੇ ਆਓ। ਉਹ ਪੁਰਾਣਾ ਸ਼ੇਅਰ ਹੀ ਸੀਗਾ, ਮੈਂ ਉਹਨਾਂ ਨੂੰ ਆਖਿਆ ਵੀ ਸ਼ੇਅਰ ਤਾਂ ਨਵਾਂ ਲਿਆਉਂਦੇ। ਪੁਰਾਣਾ ਸ਼ੇਅਰ ਵੀ ਤੁਹਾਨੂੰ ਘੱਟ ਹੀ ਪਸੰਦ ਆਉਂਦਾ ਸੀ। ਚਲੋ ਮੈਨੂੰ ਪਸੰਦ ਆਉਣੀ ਨਾ ਆਉਣੀ ਵੱਖਰੀ ਗੱਲ ਹੈ, ਪਰ ਸ਼ੇਅਰ ਤਾਂ ਬਦਲ ਲੈਣਾ ਚਾਹੀਦਾ ਸੀ। ਉਹੀ ਕਾਪੀ ਕੱਟ ਪੇਸਟ ਕਰਕੇ ਉਹਨਾਂ ਹੀ ਸਿਰਾਂ ਨੇ ਜਿਹੜੇ ਸਾਡਾ ਬਜਟ ਬਣਾਉਂਦੇ ਸੀ ਉਹਨਾਂ ਨੇ। ਵੜਿੰਗ ਸਾਹਿਬ, ਸਿੱਧੂ ਮੂਸੇਵਾਲਾ ਮਰਡਰ ਨੂੰ 1 ਮਹੀਨਾ ਹੋ ਗਿਆ, ਇਨਸਾਫ ਕਿਵੇਂ ਦੇਖਦੇ ਹੋ? ਮੈਨੂੰ ਲੱਗਦਾ ਕਿ ਇਨਸਾਫ ਮਿਲਣਾ ਚਾਹੀਦਾ ਸੀ ਹੁਣ ਤੱਕ, ਲੇਕਿਨ ਹਜੇ ਤੱਕ ਕੋਈ ਪੁਖਤਾ ਕਾਰਵਾਈ। ਔਰ ਮੈਂ ਵੀ ਵਾਰੀ ਗੱਲ ਕਰਕੇ ਕੋਈ ਹੋ ਸਕਦਾ ਕੋਈ ਵੱਖਰੇ ਤੱਥਾਂ ਦੀ ਤਲਾਸ਼ ਹੋਵੇ। ਪੁਲਿਸ ਅਗੇਨ ਮੈਂ ਕਹਾਂਗਾ ਕਿ ਜਲਦ ਤੋਂ ਜਲਦ ਪੰਜਾਬ ਦੇ ਲੋਕ ਇਸ ਗੱਲ ਨੂੰ ਉਡੀਕ ਰਹੇ ਆ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਇਸ ਸਲਾਖਾਂ ਦੇ ਪਿੱਛੇ ਉਹ ਹੋਣੇ ਚਾਹੀਦੇ। ਬੜੇ ਮੈਨੂੰ ਤਾਂ ਕਹਿਣਾ ਨਹੀਂ ਬਣਦਾ, ਬੜਾ ਸ਼ਰਮ ਵਾਲੀ ਗੱਲ ਹੈ ਕਿ ਆਪੋਜੀਸ਼ਨ ਨੂੰ ਬਣਦਾ ਹੋਇਆ ਸਮਾਂ ਸਪੀਕਰ ਸਾਹਿਬ ਨਹੀਂ ਦਿੰਦੇ
ਤੇ ਜਦੋਂ ਉਹਨਾਂ ਨੂੰ ਇਹ ਪੁੱਛਿਆ ਜਾਂਦਾ ਕਿ ਜਿਹੜੇ ਵਜ਼ੀਰ ਸਾਹਿਬਾਨ ਕਦੇ ਵੀ ਬਜਟ ਦੇ ਉੱਤੇ ਨਹੀਂ ਬੋਲੇ ਜਾ ਸਕਦੇ ਹੈਗੇ, ਵਜ਼ੀਰ ਨੂੰ ਇਹ ਅਲਾਉਡ ਨਹੀਂ ਹੁੰਦਾ ਹੈਗਾ, ਤਾਂ ਕਿਹੜੇ ਰੂਲ ਤਹਿਤ ਉਹਨਾਂ ਨੇ ਬੋਲਿਆ ਹੈ, ਤੇ ਉਸ ਸਮੇਂ ਉਹਨਾਂ ਨੇ ਜਿਹੜੇ ਸਪੀਕਰ ਸਾਹਿਬਾਨ ਹੈਗੇ ਆ ਉਹਨਾਂ ਨੇ ਉਹਦਾ ਕੋਈ ਵੀ ਤਸੱਲੀ ਬਖਸ਼ ਆਨਸਰ ਨਹੀਂ ਦਿੱਤਾ। ਤੇ ਅੱਜ ਵਾਸਤੇ ਤਾਂ ਬਿਲਕੁਲ ਤਿਆਰੀ ਹੈ। ਤਾਂ ਇੱਕ ਉਦੈਪੁਰ ਦੀ ਘਟਨਾ ਨੂੰ ਲੈ ਕੇ ਕਿਵੇਂ ਦੇਖਦੇ ਹੋ, ਜਿਸ ਤਰ੍ਹਾਂ ਬੜੀ ਸ਼ਰਮਨਾਕ ਹੈਗੀ ਹੈ ਕਿ ਅੱਜ ਉਸ ਸਮੇਂ ਦੇ ਵਿੱਚ ਜਦੋਂ ਅਸੀਂ 2022 ਦੇ ਵਿੱਚ ਹੈ ਤੇ ਇੰਨਾ ਨਫ਼ਰਤ ਹਿੰਦੁਸਤਾਨ ਦੇ ਵਿੱਚ ਕਿ ਸਾਡੇ ਵਿੱਚ ਬਿਲਕੁਲ ਹੀ ਸਬਰ ਨਹੀਂ ਹੈਗਾ, ਸੰਤੋਖ ਨਹੀਂ ਹੈਗਾ। ਅਸੀਂ ਹਜ਼ਾਰਾਂ ਸਾਲਾਂ ਤੋਂ ਆਪਸੀ ਭਾਈਚਾਰੇ ਦੇ ਵਿੱਚ ਹੈ, ਲੇਕਿਨ ਅੱਜ ਕਿਉਂਕਿ ਜੋ ਦਿੱਲੀ ਸਰਕਾਰ ਨੇ ਅਨਫੋਰਚੂਨੇਟਲੀ ਇੱਕ ਸਾਡੇ ਮਨਾਂ ਦੇ ਅੰਦਰ ਕਟਾਸ਼ ਭਰਤੀ ਹੈਗੀ ਹੈ, ਉਹਦਾ ਇੱਕੋ ਐਗਜ਼ਾਮਪਲ ਹੈਗਾ। ਕਾਫੀ ਤੇ ਕੋਈ ਅਰਬਤ ਕਰਨੀ ਆ ਬੀਬੀਆਂ ਦੀ ਜਿਹੜੀ 1000 ਰੁਪਈਆ ਉਹਦੇ ਤੇ ਕੁਛ ਨਹੀਂ ਆ। ਈਵਨ ਕਿ ਬਿਜਲੀ ਤੇ ਕਿਉਂਕਿ ਪਿਛਲੀ ਸਰਕਾਰ ਨੇ 7 ਕਿਲੋਵਾਟ ਤੱਕ ਜਿਹੜੇ ਸੀਗੇ ਕਨੈਕਸ਼ਨ ਉਹ 3 ਰੁਪਏ 40 ਪੈਸੇ ਕੀਤੇ ਸੀ, ਉਹਦਾ ਕੁਛ ਜ਼ਿਕਰ ਨਹੀਂ ਹੈ। ਅੱਛਾ, ਵੈਸੇ ਹੀ 1 ਕਿਲੋਵਾਟ ਦੇ ਵਿੱਚ ਤਾਂ ਰਹਿ ਹੀ ਬਹੁਤ ਥੋੜੇ ਬੰਦੇ ਜਾਣੇ, ਕਿਉਂਕਿ 1 ਕਿਲੋਵਾਟ ਦਾ ਮਤਲਬ ਇਹ ਆ ਵੀ 2 ਬਲਬ ਤੇ 1 ਪੱਖਾ ਤੇ 2 ਉਹ ਇਸ ਕਰਕੇ ਇਹ ਬਿਲਕੁਲ ਹੀ ਨਾ ਉਹਨੂੰ ਇਹ ਸਮਝਦੇ ਆ ਵੀ ਪੰਜਾਬ ਨੇ ਸਾਨੂੰ 92 ਸੀਟਾਂ ਦੇ ਦਿੱਤੀਆਂ, ਮੈਂਡੇਟ ਦੇ ਦਿੱਤਾ ਤੇ ਹੁਣ ਅਸੀਂ ਪੰਜਾਬ ਨੂੰ ਇਦਾਂ ਹੀ ਚਲਾਵਾਂਗੇ। ਪ੍ਰਗਟ ਜੀ ਇੱਕ ਸਵਾਲ ਹੈ, ਪ੍ਰੋਟੋਕੋਲ ਕਮੇਟੀ ਦੀ ਕੱਲ ਮੰਗ ਉਠਾਈ ਪ੍ਰਤਾਪ ਬਾਜਵਾ ਉਹਨਾਂ ਨੇ, ਉਸ ਕਮੇਟੀ ਦਾ ਤੁਹਾਡਾ ਕੀ ਮੰਨਣਾ ਹੈ ਕਿ ਉਹ ਸਮਝੀ ਨਹੀਂ ਪ੍ਰੋਟੋਕੋਲ ਕਮੇਟੀ ਦੀ ਜ਼ਰੂਰਤ ਹੈ ਡੈਫੀਨਿਟਲੀ। ਜੇ ਕੋਈ ਅਧਿਕਾਰੀ ਨਹੀਂ ਕੋਈ ਕਿਸੇ ਨੂੰ ਆਨਸਰ ਕਰਦਾ ਤੇ ਹੀ ਸ਼ੁੱਡ ਬੀ ਆਨਸਰੇਬਲ, ਹੀ ਸ਼ੁੱਡ ਬੀ ਰੈਫਰਡ ਟੂ ਦੈਟ ਕਮੇਟੀ ਸੋ ਦੈਟ ਕਿ ਉਹਨਾਂ ਨੂੰ ਪਤਾ ਲੱਗੇ। ਮੈਂ ਕਹਿੰਦਾ ਨਾ ਨਹੀਂ ਕੋਈ ਗਲਤ ਕੰਮ ਨਾ, ਪਰ ਠੀਕ ਕੰਮ ਤਾਂ ਹੋਣੇ ਚਾਹੀਦੇ ਆ। ਕਹਿੰਦੇ ਕਿ ਮੁੱਦਾ ਬਣਾ ਰਹੇ ਵਿਰੋਧੀ ਧਿਰ ਵਾਲੇ, ਕਹਿੰਦੇ ਕਿ 1000 ਰੁਪਏ ਵਾਲਾ ਵੀ ਐਲੋਕੇਸ਼ਨ ਆਉਣ ਜਾ ਰਿਹਾ, ਪਰ ਜਲਦੀ ਕਹਿੰਦੇ ਕਰਾਂਗੇ, ਸਾਰੀਆਂ ਚੀਜ਼ਾਂ ਹੋਣ ਜਾ ਰਹੀਆਂ, ਹੋਰ ਵੀ ਮੁੱਦਾ ਨਹੀਂ ਲਾਉਂਦਾ, ਸਾਰੀਆਂ ਗਰੰਟੀਆਂ ਪੂਰੀਆਂ ਕਰਾਂਗੇ। ਇਹਨਾਂ ਦੇ ਮੁਤਾਬਕ ਤਾਂ ਗਰੰਟੀਆਂ ਲਗਭਗ ਪੂਰੀਆਂ ਹੋਈਆਂ ਨੇ। ਕੇਜਰੀਵਾਲ ਜੀ ਨੇ ਕਹਿਤਾ ਉਹ 54,000 ਕਰੋੜ ਰੁਪਇਆ ਨਹੀਂ ਲੱਗ ਰੱਖਦਾ ਜਿਹੜਾ ਉਹਨਾਂ ਨੇ ਲਿਆ ਕੇ ਉਹਦੇ ਵਿੱਚੋਂ ਫਿਰ ਪੂਰੀਆਂ ਕਰਦੇ। ਸਰਕਾਰ ਦੇ ਆਈਡੀਓਲੋਜੀ ਦੀ ਤਾਂ ਗੱਲ ਹੀ ਨਹੀਂ ਕਰਦਾ, ਮੈਂ ਤੇ ਇਹਨਾਂ ਦੇ ਡਰ ਦੀ ਗੱਲ ਕਰਦਾ। ਮੈਂ ਤਾਂ ਆਈਡੀਓਲੋਜੀ ਦੀ ਤਾਂ ਗੱਲ ਹੀ ਨਹੀਂ ਕਰਦਾ। ਇੱਜ਼ਤ ਦੇਣ ਮੈਨੂੰ ਕੋਈ ਪ੍ਰੋਬਲਮ ਨਹੀਂ। ਬੜੀ ਸੀਰੀਅਸ ਐਲੀਗੇਸ਼ਨ ਲਾਏ ਤੁਹਾਡੇ ਤੇ, ਕਹਿੰਦੇ ਕਿ ਮੁਖਤਾਰ ਅੰਸਾਰੀ ਨੂੰ ਲਿਆਂਦਾ ਗਿਆ ਇੱਕ ਫਰਜ਼ੀ ਜਾਕੀਰ ਪਾ ਕੇ ਔਰ ਵੀਵੀਆਈਪੀ ਟ੍ਰੀਟਮੈਂਟ ਦਿੱਤਾ। ਮੈਂ ਤਾਂ ਕਹਿਣ ਡਿਆ ਹੁਣ ਤਾਂ ਸਰਕਾਰ ਨੂੰ 3 ਮਹੀਨੇ ਹੋ ਗਏ ਆ, 100 ਦਿਨ ਤੋਂ ਉੱਪਰ ਦੀ ਸਰਕਾਰ ਹੋ ਗਈ। ਇਹਨਾਂ ਨੇ 40 ਕਰੋੜ ਰੁਪਈਆ ਵੀ ਖਰਚ ਕੇ ਦੱਸ ਦਿੱਤਾ ਵੀ 100 ਦਿਨ ਦੀ ਸਰਕਾਰ ਆ, ਇਹਨਾਂ ਦੀਆਂ ਪ੍ਰਾਪਤੀਆਂ ਵੀ ਗਿਣਾਤੀਆਂ, ਪਰ ਪ੍ਰਾਪਤੀਆਂ ਅਜੇ ਤੱਕ ਹੈ ਤਾਂ ਕੋਈ ਨਹੀਂ ਹੈ। ਮੈਂ ਤਾਂ ਇੱਕ ਗੱਲ ਦਾ ਹਾਮੀ ਹੈਗਾ, ਜਿੱਥੇ ਕਿਤੇ ਕਰਪਸ਼ਨ ਦੀ ਗੱਲ ਹੈ, ਜਿੱਥੇ ਕਿਤੇ ਕੋਈ ਇਦਾਂ ਦੀ ਲੱਗਦੀ ਗੱਲ ਵੀ ਹਾਂ ਵੀ ਇਹ ਸਰਕਾਰ ਨੇ ਗਲਤ ਕੀਤਾ ਤੇ ਉਹ ਜਿਹੜੇ ਕੰਸਰਨਡ ਬੰਦੇ ਆ ਉਹਨਾਂ ਨੂੰ ਸਮਝ ਕਰਨਾ ਚਾਹੀਦਾ। ਪਰ ਮੁਖਤਾਰ ਅੰਸਾਰੀ ਨੂੰ ਕਿਤੇ ਨਾ ਕਿਤੇ ਸਵਾਲ ਤਾਂ ਜ਼ਰੂਰ। ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ, ਕਿਉਂਕਿ ਨਾ ਇਹ ਮੈਂ ਹੈਡ ਕੀਤਾ ਨਾ ਇਹ ਕਦੀ ਇਹ ਤਾਂ ਫੈਕਟਸ ਤੇ ਗੱਲ ਹੋ ਸਕਦੀ ਹੈ। ਸਿੰਘ ਸਾਹਿਬ ਉਹ ਕਹਿ ਰਹੇ ਨੇ ਕਿ ਇਹਨਾਂ ਕੋਲ ਮੁੱਦੇ ਨਹੀਂ ਹੈਗੇ, ਨਾ ਇਹਨਾਂ ਕੋਲ ਜਵਾਬ ਦੇ ਕੇ ਨੇ, ਜਿਸ ਕਰਕੇ ਸਿਰਫ ਇੱਕ ਗੱਲ ਕਹਿ ਦਿੰਦੇ ਕਿ ਹਾਂ ਵੀ ਐਕਸਾਈਜ਼ 'ਚ ਇੰਨੇ ਕਰੋੜ ਕੱਢਣੇ ਸੀਗੇ ਜਾਂ ਦੂਸਰੇ ਪਾਸਿਓਂ ਰੇਤ ਦੇ ਵਿੱਚੋਂ ਇੰਨੇ ਕਰੋੜ ਕੱਢਣੇ। ਜਦੋਂ ਹਰਜੋਤ ਬੈਂਸ ਨੇ ਪੂਰਾ ਬਿਊਰਾ ਦਿੱਤਾ ਤਾਂ ਕਿਹੜੇ ਜਵਾਬ ਨਹੀਂ ਸੀਗਾ। ਦੇਖੋ ਗੱਲ ਦੱਸੋ, ਇਹਨਾਂ ਦਾ 3 ਮਹੀਨਿਆਂ ਦਾ ਜਵਾਬ ਤਾਂ ਲੋਕਾਂ ਨੇ ਦਿੱਤਾ ਯਾਰ, ਅਸੀਂ ਕੀ ਦੇਣਾ? ਇਹਨਾਂ 3 ਮਹੀਨਿਆਂ ਦਾ ਜਵਾਬ ਤਾਂ ਲੋਕਾਂ ਨੇ ਦਿੱਤਾ, ਜਿੱਥੇ 4.5 ਲੱਖ ਦੀ ਲੀਡ ਤੋਂ ਇਹ 9 ਐਮਐਲਏ ਜਿੱਤ ਕੇ ਆਏ ਸੀ ਜੀ, ਲੋਕਾਂ ਨੇ ਹਰਾ ਕੇ ਭੇਜ ਦਿੱਤੇ। ਹੁਣ ਦੇਖੋ ਲੋਕਾਂ ਦਾ ਮੈਂਡੇਟ ਹੀ ਆਪਾਂ ਡੈਮੋਕ੍ਰੇਸੀ ਦਾ ਸਭ ਤੋਂ ਵੱਡਾ ਮੰਨਦੇ ਹਾਂ ਜੀ, ਤਾਂ ਫਿਰ ਇਹਨਾਂ ਨੂੰ ਸਮਝ ਲੈਣਾ ਚਾਹੀਦਾ। थैंक यू, थैंक यू। जो बजट है उसका लेखा जोखा कर रहे हैं और बड़ी जल्दी ਜਿਹੜੀ ਸਾਡੀ ਇਹ ਗਰੰਟੀ ਸੀ ਕਿ ਪੰਜਾਬ ਦੀਆਂ 18 ਸਾਲ ਤੋਂ ਉੱਪਰ ਦੀਆਂ ਮਾਵਾਂ ਭੈਣਾਂ ਨੂੰ 1000 रुपया मिलूगा, तो जल्दी ये पूरी कराएंगे। सर, विपक्ष को भ्रष्टाचार को लेकर भी आपने घेरा है, क्योंकि कई नेता हाईकोर्ट की तरफ उन्होंने रुख किया था, इस पर क्या? चाहे वो विपक्ष है, चाहे वो कोई ब्यूरोक्रेट है, अफसरशाही है, चाहे वो साडी पार्टी का क्यों ना हो, जीरो टॉलरेंस है भ्रष्टाचार ते। असी यही क्योंकि साडी पार्टी जिहड़ी है अरविंद केजरीवाल जी ने एंटी करप्शन मूवमेंट चों निकली हुई पार्टी है, जो बनाई सी, तो असी जीरो टॉलरेंस रखांगे करप्शन ਲਈ, ਭਾਵੇਂ ਜਿਹੜਾ ਮਰਜ਼ੀ हो। अग्निपथ योजना को लेकर क्या कहना चाहेंगे सर? कल प्रस्ताव लेकर आ रहे हैं, कल प्रस्ताव लेकर आ रहे हैं, उस पर डिबेट होगी। देखो ਅਸੀਂ ਤਾਂ ਕਿਹਾ ਕਿ ਜਿਹੜਾ ਤੁਸੀਂ 30 ਜੂਨ ਨੂੰ ਬੰਦ ਕਰ ਰਹੇ ਹੋ ਉਹ ਉਹਦੀ ਬਜਾਏ 1 ਸਾਲ ਵਧਾ ਦਿਓ ਸਾਨੂੰ, ਤਾਂ ਕਿ ਅਸੀਂ ਵੀ ਜਿਹੜੀ ਇੱਕ ਫਾਈਨਾਂਸ ਮਿਨਿਸਟਰ ਸਾਹਿਬ ਉੱਥੇ ਨਾਲ ਸੀਗੇ, ਅਸੀਂ ਵੀ ਕਹਿੰਦੇ ਕਿ ਸਾਡਾ ਮਾਲੀਆ ਅਸੀਂ ਆਪ ਵੀ ਵਧਾ ਰਹੇ ਹਾਂ। ਅਸੀਂ ਇਹ ਨਹੀਂ ਕਰ ਰਹੇ ਕਿ ਅਸੀਂ ਸੈਂਟਰ ਤੇ ਡਿਪੈਂਡੈਂਟ ਹੋ ਜਾਾਂਗੇ, ਕਰਜ਼ਾ ਲੈ ਜਾਵਾਂਗੇ।
ਅਸੀਂ ਆਪ ਐਫਰਟ ਕਰ ਰਹੇ ਹਾਂ ਤੇ ਇੱਕ ਸੈਂਟਰ ਸਾਨੂੰ ਥੋੜਾ ਜਿਹਾ ਸਹਿਯੋਗ ਦੇ ਦੇ ਤਾਂ ਅਸੀਂ ਬੜੀ ਜਲਦੀ ਪੰਜਾਬ ਨੂੰ ਕਰਜ਼ਾ ਮੁਕਤ ਕਰ ਦਾਂਗੇ।